ਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਭੁੱਲਹਿ ਚੂਕਹਿ ਬਾਰਕ ਤੂੰ ਹਰ ਪਿਤਾ ਮਾਇਆ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਕਬ ਨਾ ਦਾਵੇ ਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਸੋਲਹੇ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪੇ ਧਨਖ ਆਪੇ ਸਰਬਾਣਾ ਆਪੇ ਸੁਗੜ ਸਰੂਪ ਸਿਆਣਾ। ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ। ਆਪੇ ਧਨਖ ਆਪੇ ਸਰਬਾਣਾ ਆਪੇ ਸੁਗੜ ਸਰੂਪ ਸਿਆਣਾ। ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ। ਪੌਣ ਗੁਰੂ ਪਾਣੀ ਪਿਤ ਜਾਤਾ
ਉਦਰ ਸੰਜੋਗੀ ਧਰਤੀ ਮਾਤਾ। ਰੈਣ ਦਿਨਸ ਦੋਇ ਦਾਈ ਦਾਇਆ। ਜਗ ਖੇਲੈ ਖੇਲਾਈ ਹੈ। ਆਪੇ ਮਛਲੀ ਆਪੇ जाला। आपे गऊ आपे रखवाला। सर्ब जियां जग जोत तुम्हारी। जैसी प्रभ फुरमाई है। आपे जोगी आपे भोगी। आपे रसिया परम संजोगी। आपे वे वाणी निरंकारी। निर्भौ ताड़ी लाई है। शब्द खाणी बाणी तुझ है समाणी। जो दिसै सब आवण जानी। सेई साहा सच्चे व्यापारी। सतगुर बूझ बुझाई है। शब्द बुझाए सतगुर पूरा। सर्ब कला साचे भरपूरा। अफरियो बेपरवाहो सदा तूं। ना तिस तिल न तमाई है। काल विकाल भय देवाने। शब्द सहज रस अंतर माने। आपे मुक्त तृप्त बरदाता। भगत भाए मन भाई है। आप निरालम गुर गम ज्ञाना। जो दिसै तुझ माहे समाना। नानक नीच भिखिया दर जाचै। मैं दीजै नाम बढ़ाई है। आप निरालम गुर गम ज्ञाना। जो दिसै तुझ माहे समाना। नानक नीच भिखिया दर जाचै। मैं दीजै नाम बढ़ाई है। वाहिगुरु जी का खालसा वाहिगुरु जी की फतेह। परम सन्मानयोग जुग जुग अटल चवर छतर तख दे मालक। बाणी के बोहित जाहरा जहूर हाजरा हजूर। सर्व कला समरथ गद्दी ते विराजमान। दसां पातशाहियां दी आत्मक जोत। शब्द गुरु धन धन साहिब श्री गुरु ग्रंथ साहिब। सच्चे सतगुरु जी की पावन पवित्र निੱਘੀ गोद अंदर जुड़ बैठे गुरु रूप गुरु सवारे सत संगी जनों। आप जी वड्डियां भागां वाले हो जो दशमेश पिता गुरु कलगीधर सतगुरु अमृत के दाते सर्वांस दानी सहबे कमाल धन धन साहिब श्री गुरु गोबिंद सिंह महाराज जी की चरण छो धरती
ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਸੋਲਹੇ ਦੀ ਵਿਚਾਰ ਚੱਲ ਰਹੀ ਹੈ। ਪਰਸੋਂ ਵਾਲੇ ਦੀਵਾਨਾਂ ਦੇ ਵਿੱਚ 8 ਪਦਿਆਂ ਤੱਕ 8 ਬੰਦਾਂ ਤੱਕ ਆਪ ਜੀ ਨੇ ਵਿਚਾਰ ਸ਼ਰਵਣ ਕੀਤੀ ਸੀ, ਜਿਹਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਪਰਮੇਸ਼ਰ ਨੂੰ ਸਾਰੀਆਂ ਥਾਵਾਂ 'ਤੇ ਬਿਆਨ ਕੀਤਾ ਕਿ ਵਾਹਿਗੁਰੂ ਆਪ ਹੀ ਪੁਰਖ ਹੈ, ਆਪ ਹੀ ਇਸਤਰੀ ਹੈ, ਆਪ ਹੀ ਉਹ ਵਾਹਿਗੁਰੂ ਪਰਮਾਤਮਾ ਪਾਸਾ ਖੇਡਦਾ ਹੈ, ਆਪ ਹੀ ਬਾਜੀ ਪਾਉਂਦਾ ਹੈ, ਆਪ ਹੀ ਵਾਹਿਗੁਰੂ ਪਿੜ ਬੰਨ੍ਹਦਾ ਜਗਤ ਵਿੱਚ ਕਹਿੰਦੇ ਖੇਡਾਂ ਖੇਡ ਰਿਹਾ ਹੈ। ਉਹ ਵਾਹਿਗੁਰੂ ਪਰਮਾਤਮਾ ਆਪ ਹੀ ਕੀਮਤ ਪਾਉਣ ਵਾਲਾ ਹੈ ਅਤੇ ਭਵਰਾ ਵੀ ਆਪ ਹੈ, ਫੁੱਲ ਵੀ ਆਪ ਹੈ, ਫਲ ਵੀ ਆਪ ਹੈ, ਤਰਬਰ ਵੀ ਆਪ ਹੈ, ਜਲ ਵੀ ਆਪ ਹੈ, ਥਲ ਧਰਤੀ ਵੀ ਆਪ ਹੈ, ਸਾਗਰ ਵੀ ਆਪ ਹੈ ਅਤੇ ਤਲਾਅ ਵੀ ਆਪ ਹੈ। ਆਪ ਹੀ ਮੱਛ ਹੈ, ਆਪ ਹੀ ਕਛ ਹੈ, ਆਪ ਹੀ ਕਰਨ ਵਾਲਾ ਹੈ। ਹੇ ਵਾਹਿਗੁਰੂ ਤੇਰਾ ਰੂਪ ਨਾ ਲਖਣਾ ਜਾਈ ਹੈ। ਤੇਰਾ ਰੂਪ ਜਿਹੜਾ ਹੈ ਉਹ ਬਿਆਨ ਨਹੀਂ ਕੀਤਾ, ਜਾਣਿਆ ਨਹੀਂ ਜਾ ਸਕਦਾ ਹੈ। ਆਪਣੇ ਅਲਫਾਜ਼ਾਂ ਨਾਲ, ਆਪਣੇ ਬੋਲਾਂ ਦੇ ਨਾਲ ਤੇਰੇ ਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਅਤੇ ਸਤਿਗੁਰੂ ਜੀ ਹੋਰ ਪਰਮਾਤਮਾ ਕੀ ਹੈ? ਅਤੇ ਪਾਤਸ਼ਾਹ ਕਹਿੰਦੇ ਆਪ ਹੀ ਭਾਈ ਉਹ ਦਿਨ ਹੈ, ਆਪ ਹੀ ਰਾਤ ਹੈ, ਆਪ ਹੀ ਕਹਿੰਦੇ ਜਦੋਂ ਗੁਰਾਂ ਦੀ ਬਾਣੀ ਨੂੰ ਉਹ ਸੁਣਦਾ ਅਤੇ ਸੁਣ ਕੇ ਪਤੀਜ ਜਾਂਦਾ, ਖੁਸ਼ ਹੋ ਜਾਂਦਾ ਹੈ। ਹਰ ਯੁੱਗ ਦੇ ਵਿੱਚ ਜਦੋਂ ਸੰਸਾਰ ਨਹੀਂ ਬਣਿਆ ਸੀ ਉਦੋਂ ਵੀ ਸੀ, ਯੁੱਗਾਂ ਦੇ ਵਿੱਚ ਵੀ ਹੈ, ਹੁਣ ਵੀ ਹੈ। ਦਿਨ ਰਾਤ ਰਹਿਣ ਵਾਲਾ ਘਟ ਘਟ ਸ਼ਬਦ ਰਜਾਈ ਹੈ। ਹਰ ਘਟ ਹਰ ਹਿਰਦੇ ਵਿੱਚ ਜਿੱਥੇ ਵੀ ਸ਼ਬਦ ਬ੍ਰਹਮ ਹੈ, ਸਾਰੀਆਂ ਥਾਵਾਂ 'ਤੇ ਕਹਿੰਦੇ ਉਹੀ ਹੈ, ਉਹਦੀ ਹੀ ਰਜਾ ਚੱਲ ਰਹੀ ਹੈ, ਉਸ ਵਾਹਿਗੁਰੂ ਦਾ ਹੀ ਹੁਕਮ ਚੱਲ ਰਿਹਾ ਹੈ। ਰਤਨ ਵੀ ਆਪ ਹੈ, ਉਪਮਾ ਤੋਂ ਰਹਿਤ ਵੀ ਆਪ ਹੈ, ਮੁੱਲ ਪਾਉਣ ਵਾਲਾ ਵੀ ਆਪ ਹੈ, ਆਪ ਹੀ ਪਰਖ ਕਰਨ ਵਾਲਾ ਹੈ, ਆਪ ਹੀ ਵਾਹਿਗੁਰੂ ਤੋਲਣ ਵਾਲਾ ਹੈ। ਆਪ ਹੀ ਉਸ ਵਾਹਿਗੁਰੂ ਨੇ ਆਪੇ ਕਿਸ ਹੀ ਕਸ ਬਖਸ਼ੇ, ਆਪੇ ਦੇ ਲੈ ਭਾਈ ਹੈ। ਕਿਸੇ ਨੂੰ ਪਰਮਾਤਮਾ ਫਿਰ ਖੇਡ ਰਚਾਉਂਦਾ, ਜੀਵਾਂ ਦੀ ਪਰਖ ਕਰਦਾ, ਅਤੇ ਪਰਖ ਕਰਾਉਣ ਵਾਲਾ ਅਤੇ ਪਰਖ ਕਰਨ ਵਾਲਾ ਦੋਨੋਂ ਹੀ ਆਪ ਹੈ। ਜੀਆਂ ਪਾਸੋਂ ਪਰਖ ਵਿੱਚੋਂ ਪਾਸ ਵੀ ਜੀਵ ਨੂੰ ਆਪ ਹੀ ਕਰਾਉਂਦਾ ਹੈ। ਜਿਹੜੇ ਉਹਨੂੰ ਭਾਉਂਦੇ ਨੇ ਪਰ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦਿੰਦਾ ਹੈ। ਇਹ ਵਿਚਾਰ ਆਪ ਜੀ ਨੇ ਪਿੱਛੇ ਸ਼ਰਵਣ ਕੀਤੀ ਸੀ। ਹੁਣ ਸਤਿਗੁਰੂ ਅੱਗੇ ਦੱਸ ਰਹੇ ਨੇ ਕਿ ਹੋਰ ਪਰਮਾਤਮਾ 'ਚ ਕਿਹੜੇ ਕਿਹੜੇ ਗੁਣ ਨੇ, ਕਿਹੜੀ ਕਿਹੜੀ ਥਾਂ 'ਤੇ ਉਹ ਪਰਿਪੂਰਨ ਪਰਮਾਤਮਾ ਸਮਾਇਆ ਹੋਇਆ ਹੈ। ਵੱਖਰੀਆਂ ਵੱਖਰੀਆਂ ਉਦਾਹਰਣਾਂ ਦੇ ਕੇ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਪੇ ਧਨਖ ਆਪ ਸਰਬਾਣਾ, ਆਪੇ ਸੁਗੜ ਸਰੂਪ ਸਿਆਣਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਾਰੂ 16 ਬਾਣੀ ਦੇ ਵਿੱਚ
1021 ਅੰਕ 'ਤੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਪਾਤਸ਼ਾਹ ਨੂੰ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਪਿੱਛੇ ਵੱਖਰੇ ਵੱਖਰੇ ਰੂਪ ਦੇ ਵਿੱਚ ਹਰ ਇੱਕ ਜੀਵ ਜੰਤੂ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਬਿਆਨ ਕੀਤਾ ਹੈ ਕਿ ਪਰਮਾਤਮਾ ਹੈ। ਹਾਲਾਂਕਿ ਗੁਰੂ ਸਵਾਰ ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ, ਉਹਨੂੰ ਦੇਖਿਆ ਨਹੀਂ ਜਾ ਸਕਦਾ। ਸਰਗੁਣ ਸਰੂਪ ਦੇ ਵਿੱਚ ਆਪਾਂ ਜਿੰਨਾ ਵੀ ਆਪਾਂ ਸੰਸਾਰ ਵੇਖਦੇ ਹਾਂ, ਜਿੰਨੇ ਜੀਵ ਨੇ, ਪਸ਼ੂ ਪੰਛੀ ਨੇ ਇਤਿਆਦਿਕ, ਇਹ ਸਾਰੇ ਪਰਮਾਤਮਾ ਦਾ ਹੀ ਸਰੂਪ ਹੈ। ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਅਤੇ ਸਾਡੇ ਵਿੱਚ ਉਹ ਵਿਰਾਜਮਾਨ ਹੈ। ਅਤੇ ਸਰਗੁਣ ਸਰੂਪ ਦੇ ਵਿੱਚ ਤਾਂ ਆਪਾਂ ਕਹਿ ਦਿਆਂਗੇ ਕਿ ਪਰਮਾਤਮਾ ਦਾ ਰੰਗ ਇਹੋ ਜਿਹਾ ਹੈ, ਇਹੋ ਜਿਹਾ ਨੱਕ ਹੈ, ਇਹੋ ਜਿਹੇ ਕੰਨ ਨੇ, ਇਹੋ ਜਿਹੇ ਨੇਤਰ ਨੇ, ਦੱਸ ਦਿਆਂਗੇ ਆਪਾਂ। ਪਰ ਨਿਰਗੁਣ ਸਰੂਪ ਵਿੱਚ ਉਸ ਪਰਮਾਤਮਾ ਦਾ ਕੋਈ ਰੂਪ ਹੈ ਹੀ ਨਹੀਂ ਹੈ। ਹੁਣ ਨਿਰਗੁਣ ਸਰੂਪ ਪਰਮਾਤਮਾ ਦਾ ਜਿਹਦਾ ਕੋਈ ਰੂਪ ਨਹੀਂ ਹੈ, ਰੰਗ ਨਹੀਂ ਹੈ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਆਪਾਂ ਕਿਵੇਂ ਦੇਖ ਸਕਾਂਗੇ? ਜਿਹੜੇ ਰੱਬ ਦੇ ਪਿਆਰੇ ਭਗਤ ਜਨ, ਸੰਤ ਜਨ ਹੁੰਦੇ ਨੇ ਨਾ, ਗੁਰਮੁਖ ਜਨ, ਉਹਨਾਂ ਕੋਲ ਇੱਕ ਅੰਤਰੀਵ ਕੈਮਰਾ ਹੁੰਦਾ। ਅੰਤਰੀਵ ਕੈਮਰੇ ਦੇ ਰਾਹੀਂ ਉਹ ਅੰਦਰਲੀ ਜਿਹੜੀ ਹੈ ਤਸਵੀਰ ਹੈ ਉਹ ਵੇਖ ਲੈਂਦੇ ਨੇ ਕਿ ਅੰਦਰ ਕੀ ਅਤੇ ਬਾਹਰ ਕੀ ਹੈ। ਅਤੇ ਫਿਰ ਉਹ ਪਰਮਾਤਮਾ ਨੂੰ ਸਾਰੀਆਂ ਥਾਵਾਂ 'ਤੇ ਮਹਿਸੂਸ ਕਰਦੇ ਨੇ ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ, ਤੂੰ ਹਾਜ਼ਰ ਨਾਜ਼ਰ ਹੈ। ਜਿੱਥੇ ਮੈਂ ਜਾਂਦਾ ਉੱਥੇ ਤੂੰ ਹਾਜ਼ਰ ਨਾਜ਼ਰ ਹੈ। ਤੂੰ ਸਾਰੀਆਂ ਥਾਵਾਂ 'ਤੇ ਸਮਾਇਆ ਹੋਇਆ, ਤੂੰ ਕਣ ਕਣ ਵਿੱਚ ਤੇਰਾ ਵਾਸਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ, ਆਪੇ ਧਨਕ ਆਪੇ ਸਰਵਾਣਾ। ਉਹ ਵਾਹਿਗੁਰੂ ਧਨੁਖ ਵੀ ਆਪ ਹੈ, ਆਪੇ ਸਰਵਾਣਾ। ਤੀਰ ਵੀ ਆਪ ਹੈ ਅਤੇ ਤੀਰ ਚਲਾਉਣ ਵਾਲਾ ਸ਼ਿਕਾਰੀ ਵੀ ਵਾਹਿਗੁਰੂ ਆਪ ਹੀ ਹੈ। ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ, ਕਿਉਂਕਿ ਆਪੇ ਹਰ ਇੱਕ ਰੰਗ ਹੈ। ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ। ਇਸ ਕਰਕੇ ਧਨੁਖ ਵੀ ਆਪ ਹੈ, ਤੀਰ ਵੀ ਆਪ ਹੈ, ਅਤੇ ਤੀਰ ਨੂੰ ਚਲਾਉਣ ਵਾਲਾ, ਚਿੱਲੇ 'ਚ ਜੋੜ ਕੇ ਖਿੱਚ ਕੇ ਚਲਾਉਣ ਵਾਲਾ ਵੀ ਉਹ ਵਾਹਿਗੁਰੂ ਆਪ ਹੀ ਹੈ। ਅਤੇ ਉਸ ਵਾਹਿਗੁਰੂ ਦਾ ਸਰੂਪ ਕਿਹੋ ਜਿਹਾ? ਸੰਸਾਰ ਵਿੱਚ ਆਪਾਂ ਦੇਖਦੇ ਹਾਂ ਜੀਵਾਂ ਦੇ ਵੱਖਰੇ ਵੱਖਰੇ ਸਰੂਪ ਨੇ, ਕੋਈ ਕਾਲੇ ਰੰਗ ਦਾ, ਕੋਈ ਗੋਰੇ ਰੰਗ ਦਾ, ਇਤਿਆਦਿਕ। ਇਹ ਰੰਗਾਂ ਦੀ ਬਣਤਰ ਪਰਮਾਤਮਾ ਨੇ ਬਣਾਈ ਹੋਈ ਹੈ। ਅਤੇ ਆਪਾਂ ਇੱਕ ਦੂਜੇ ਦਾ ਰੂਪ ਰੰਗ ਦੇਖ ਕੇ ਦੱਸਦੇ ਹਾਂ ਕਿ ਫਲਾਣੇ ਦਾ ਰੰਗ ਇਹੋ ਜਿਹਾ, ਫਲਾਣੇ ਦੇ ਨੈਣ ਨਕਸ਼ ਇਹੋ ਜਿਹੇ ਹਨ। ਪਰ ਸਤਿਗੁਰੂ ਕਹਿੰਦੇ ਨਹੀਂ, ਜਿਹੜਾ ਸੰਸਾਰ ਨੂੰ ਰੂਪ ਦੇਣਾ ਕੀਤਾ, ਚਾਹੇ ਕੋਈ ਗੋਰਾ ਹੈ, ਚਾਹੇ ਚਿੱਟਾ ਹੈ, ਕਾਲਾ ਹੈ, ਕਹਿੰਦੇ ਇਹ ਪਰਮਾਤਮਾ ਨੇ ਦੇਣਾ ਕੀਤਾ ਹੈ। ਇਸ ਕਰਕੇ ਉਹ ਵਾਹਿਗੁਰੂ ਆਪੇ ਸੁਗੜ ਸਰੂਪ ਸਿਆਣਾ, ਆਪ ਸੁਜੱਜਾ ਹੈ, ਆਪ ਹੀ ਉਹ ਸੋਹਣਾ ਹੈ, ਸੋਹਣੇ ਸਰੂਪ ਵਾਲਾ ਹੈ, ਆਪ ਹੀ ਉਹ ਦਾਨਾ ਸਿਆਣਾ ਹੈ। ਅਤੇ ਇਸ ਤਰ੍ਹਾਂ ਉਹ ਸਭ ਕੁਝ ਸਾਰੀਆਂ ਥਾਵਾਂ 'ਤੇ ਆਪ ਹੀ ਹੈ, ਉਹਦਾ ਹੀ ਇਹ ਰੂਪ ਸਾਰਿਆ ਹੋਇਆ ਹੈ। ਕਹਿਤਾ ਬਖਤਾ ਸੁਣਤਾ ਸੋਈ, ਆਪੇ ਬਣਤ ਬਣਾਈ ਹੈ। ਕੋਈ ਆਪਣੇ ਮੁੱਖੋਂ ਕਹਿ ਰਿਹਾ, ਕੋਈ ਗੁਰੂ ਸਵਰੇ ਸੁਣ ਰਿਹਾ ਹੈ। ਇੱਕ ਮਨੁੱਖ ਦੂਜੇ ਮਨੁੱਖ ਨੂੰ ਕਹਿੰਦਾ, ਭਰਾਵਾ ਮੇਰੀ ਗੱਲ ਸੁਣ। ਅਤੇ ਜਿਹਨੂੰ ਆਖਦੇ ਨੇ ਉਹ ਬੜੇ ਧਿਆਨ ਨਾਲ ਸੁਣਦਾ ਕਿ ਮੈਨੂੰ ਇਹ ਫਲਾਣਾ ਮੇਰਾ ਮਿੱਤਰ ਸੱਜਣ ਮੈਨੂੰ ਕੁਝ ਕਹਿ ਰਿਹਾ ਹੈ। ਅਤੇ ਇਸੇ ਤਰ੍ਹਾਂ ਹੀ ਕਹਿੰਦੇ ਅਸਲ ਵਿੱਚ ਸਤਿਗੁਰੂ ਕਹਿੰਦੇ ਜਦੋਂ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਬਣ ਜਾਂਦੀ ਹੈ ਨਾ, ਜਿਸ ਜੀਵ ਦੀ ਬ੍ਰਹਮ ਗਿਆਨੀਆਂ ਵਾਲੀ ਅਵਸਥਾ ਬਣ ਜਾਂਦੀ, ਫਿਰ ਉਹਨੂੰ ਸਾਰੀਆਂ ਥਾਵਾਂ 'ਤੇ ਇਹੀ ਨਜ਼ਰ ਆਉਂਦਾ ਕਿ ਮੈਂ ਨਹੀਂ ਕਹਿ ਰਿਹਾ, ਜੀਵ ਨਹੀਂ ਬੋਲ ਰਿਹਾ, ਕਹਿ ਰਿਹਾ ਪਰਮਾਤਮਾ, ਕਿਉਂਕਿ ਹਰ ਇੱਕ ਜੀਵ ਵਿੱਚ ਉਹ ਪਰਿਪੂਰਨ ਪਰਮਾਤਮਾ ਬਿਰਾਜਮਾਨ ਹੈ। ਕਹਿਣ ਵਾਲਾ ਵੀ ਉਹੀ ਹੈ, ਬਕਣ ਵਾਲਾ ਵੀ ਮੁੱਖ ਉਹੀ ਹੈ, ਅਤੇ ਸੁਣਨ ਵਾਲਾ ਵੀ ਉਹੀ ਹੈ।
ਭਾਵ हर एक जो भी आप बोली बोलते हैं ਵੱਖਰੀ ਵੱਖਰੀ बोली है। ये पंजाब की पंजाबी बोली है, महाराष्ट्र की महाराष्ट्र वाली बोली है, तो इस तरह ਵੱਖਰੀਆਂ ਵੱਖਰੀਆਂ भाषावां ने। जो कुछ बोलिया जा रहा है कहते वो जीव नहीं बोलता, वो वाहिगुरू ही परमात्मा बुला रहा, ਉਹਦੇ हुक्म दे विच है। इस करके वो सुनने वाला भी आप है, वो बकण बोलण वाला भी आप है, वो कहण वाला भी आप है। तो इस तरह ही आपे बनत बनाई है। उस वाहिगुरू ने आप ही ये सारी बनत बनाना कीती है। पौण गुरु पाणी पित जाता, उदर संजोगी धरती माता। पौण पौण गुरु आप रोजाना पढ़ते हैं। गुरु नानक पातशाह जी ने पहली जो साड़ी मुख बाणी है जपजी साहब, ਉਹਦੇ ਸਤਿਗੁਰੂ ਨੇ ਅਖੀਰ ਸ਼ਬਦ ਇਹ ਸ਼ਲੋਕ ਉਚਾਰਨ ਕੀਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਤੇ ਇੱਥੇ ਵੀ ਸਤਿਗੁਰੂ ਜੀ ਨੇ ਉਹੀ ਵਚਨ ਵਰਤੇ ਨੇ ਕਿ ਪੌਣ ਗੁਰੂ ਪਾਣੀ ਪਿਤ ਜਾਤਾ। ਪੌਣ ਹਵਾ, हवा चल रही है तो साढ़े साह चलते हैं। कहते ने जड़ी पौण है, पौण कहते ये गुरु की न्याई है, तो गुरु भी वाहिगुरू आप ही है। पानी जड़ा है ये पिता दी ने, जो पहला पानी जियो जित हरिया सब कोय। जे पानी ना होवे तो साडी गुरु से लोड़ां पूरियां नहीं हो सकदियां। रोटी तो बिना मनुख एक दिन कढ़ सकता है, तो पर जे पानी ना नसीब होए, पानी तो जिवें हुण गर्मी की रुत है, बार बार पानी पीना पैंदा है, तो पानी तो बिना जीव दे जीवन का निर्वाह नहीं हो सकता। पर जो आप सिख इतिहास पढ़ते हैं ना, सिख इतिहास विच इहो जिहा समा भी आया, वो बीबियां जिहड़ियां सवा सवा मण निंडता प्रति पीसण पींदियां सन, पर पानी का एक छन्ना दिता जाता सी गुरु सवारे। एक छन्ना देना, तो वह छन्ना बीबियां ने आपस में वंड के पीना, फुल गिले करने। तो इहो जिहा एडा औखा समा आया, औखी घड़ी आई, पर परमात्मा की रजा गुरु की रजा मन के भाणे नूं मिठा करके मन्निया, अपने धर्म तो डोलियां नहीं। सो सतगुरु कहते ने पानी पिता, पानी पित जाता, पानी कहते पिता जाने जाता है, क्योंकि परमेश्वर असल विच पवन जिहड़ा है हवा है, हवा भी परमात्मा, ते पानी जिहड़ा पिता है ये गुरु सवारियो ये भी परमात्मा, कि उहदे पैदा कीते हुए ने। ते हवा उहदे हुक्म च हवा चलदी है, उहदे हुक्म च पानी वगदा है। जे वो चाहे ना बड़े बड़े समुद्रां नूं रोक सकता है, जे वो चाहे तो गुरु सवारियो वो बड़े बड़े जल ते थल कर थल ते कूआं कूप ते मेर करावै, धरती ते आकाश चढ़ावै, चढ़े आकाश गिरावै। उहदी तां ऐसी जी खेड़ है, जलों तो थल कर सकता है, थल तो कूआं खूह बना सकता है। इस तरह ही वो वाहिगुरू धरती ते आकाश चढ़ावे, जिहड़ा आकाश है धरती दे उत्ते है, इनू थले कर सकता ते धरती नूं उतां कर सकता है। भाव जिहड़े हंकारी पुरश ने, हंकारियां नूं परिपूर्ण परमात्मा धरती उत्ते ले, जिन्हां नूं जिहड़ा एडा वड्डा हंकार है, मानो अपने आप नूं आकाश जिहड़े वड्डे मनदे ने, उन्हां दा हंकार भन के परमात्मा फिर गुरु सवारण नूं थल्ले लिया दिंदा कि देखो तेरी आ धरती है, इत्थे रह के ही तो इत्थों ही तेरे कदम लगे हुए ने, जे तेरे पैर पुट्टेगे दुआरा लगने नहीं आना। इस कर कदे भी मनुख नूं अपने मन च हंकार नहीं करना चाहिए। जो भी गुण है, जो वडियाई है, मरतबे संसार में प्राप्त होंदे ने, ये सारी उस वाहिगुरू की दात है। वाहिगुरू ने ये दातां दित्तियां होईयां ने, जिस करके गुरु सर ये मान सन्मान वडियाई मिलती है। इस करके सतगुरु कहते ने उधर संजोगी धरती माता।
ਮਾਂ ਜਿਹੜੀ ਹੈ ਇਹ ਧਰਤੀ ਦੀ ਨਿਆਈ ਹੈ। ਧਰਤੀ ਨੂੰ ਮਾਂ ਮੰਨਿਆ ਗਿਆ। ਧਰਤੀ ਮਾਂ ਕਿਉਂ ਆਖਿਆ ਜਾਂਦਾ ਹੈ? ਕਿਉਂਕਿ ਜਿਵੇਂ ਇੱਕ ਮਾਂ ਦੇ ਪੇਟ ਵਿੱਚ ਬੱਚਾ ਪਲਦਾ ਤੇ ਮਾਂ ਆਪਣੇ ਬੱਚੇ ਨੂੰ ਪੇਟ ਵਿੱਚ ਉਹਦੇ ਖੁਰਾਕ ਪਹੁੰਚਦੀ ਹੈ ਤੇ ਪੇਟ ਵਿੱਚ ਉਹ ਮਾਂ ਬੱਚੇ ਨੂੰ ਸੰਭਾਲਦੀ ਹੈ। ਫਿਰ ਗੁਰੂ ਸਵਾਰਿਓ ਬੱਚਾ 9 ਮਹੀਨੇ ਬਾਅਦ ਜਨਮ ਲੈ ਕੇ ਸੰਸਾਰ ਵਿੱਚ ਆਉਂਦਾ ਤੇ ਉਦੋਂ ਵੀ ਫਿਰ ਮਾਂ ਆਪਣਾ ਫਰਜ਼ ਪੂਰਾ ਨਿਭਾਉਂਦੀ। ਜਿੱਥੇ ਮਾਂ ਦਾ ਆਪਣੇ ਪਤੀ ਨਾਲ ਪ੍ਰੇਮ ਹੁੰਦਾ ਉੱਥੇ ਸਭ ਤੋਂ ਵੱਧ ਫਿਰ ਬੱਚੇ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ। ਉਹਨੂੰ ਫਿਕਰ ਹੁੰਦਾ ਕਿ ਮੇਰੇ ਬੱਚੇ ਨੇ, ਮੇਰੇ ਬੱਚੇ ਨੂੰ ਭੁੱਖ ਲੱਗੀ ਹੈ, ਮੇਰੇ ਬੱਚੇ ਨੂੰ ਪਿਆਸ ਲੱਗੀ ਹੈ, ਮੇਰੇ ਹੁਣ ਸਰਦੀ ਹੈ, ਮੈਂ ਬੱਚੇ ਨੂੰ ਗਰਮ ਵਸਤਰ ਪਹਿਨਾਣਾ ਕਰਾਂ, ਗਰਮੀ ਹੈ ਮੈਂ ਗਰਮ ਜਿਹੜੇ ਠੰਡੇ ਵਸਤਰ ਪਹਿਨਾਣਾ ਕਰਾਂ। ਉਹ ਮਾਂ ਹਰ ਸਮੇਂ ਖਿਆਲ ਰੱਖਦੀ ਹੈ ਕਿਉਂਕਿ ਮਾਂ ਦਾ ਹਿਰਦਾ ਜਿਹੜਾ ਹੈ ਬੜਾ ਆਪਣੇ ਬੱਚਿਆਂ ਦੇ ਲਈ ਹਰ ਸਮੇਂ ਮਾਂ ਦੇ ਅੰਦਰ ਪ੍ਰੇਮ ਹੁੰਦਾ ਹੈ। ਅਤੇ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਅਤੇ ਧਰਤੀ ਦੇ ਵਿੱਚ ਵੀ ਇਹੀ ਗੁਣ ਨੇ ਗੁਰੂ ਸਵਾਰਿਓ। ਧਰਤੀ ਸਾਨੂੰ ਸੰਭਾਲਦੀ ਹੈ। ਜਿਸ ਧਰਤੀ ਉੱਤੇ ਆਪਾਂ ਰਹਿ ਰਹੇ ਹਾਂ, ਇਸ ਧਰਤੀ ਉੱਤੇ ਆਪਾਂ ਕੂੜਾ ਕਰਕਟ ਸੁੱਟਦੇ ਹਾਂ, ਗੰਦਗੀ ਵਿਸ਼ਟਾ ਸੁੱਟਦੇ ਹਾਂ, ਪਰ ਧਰਤੀ ਸਾਨੂੰ ਕੁਝ ਨਹੀਂ ਆਖਦੀ। ਇੱਕ ਐਸੇ ਵੀ ਹਨ ਇਸੇ ਧਰਤੀ ਦੇ ਉੱਤੇ ਧਰਤੀ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਰੱਖਦੇ ਨੇ, ਸਾਫ ਸਫਾਈ ਰੱਖਦੇ ਹਨ, ਦਰਖਤ ਲਾਉਂਦੇ ਹਨ, ਫਲਾਂ ਵਾਲੇ ਦਰਖਤ, ਫੁੱਲਾਂ ਵਾਲੇ ਬੂਟੇ ਲਾਉਂਦੇ ਹਨ ਅਤੇ ਧਰਤੀ ਨੂੰ ਚੰਗੀ ਤਰ੍ਹਾਂ ਉਹ ਸ਼ਿੰਗਾਰ ਕੇ ਰੱਖਦੇ ਨੇ। ਧਰਤੀ ਉਹਨਾਂ ਨੂੰ ਵੀ ਕੁਝ ਨਹੀਂ ਪਿਆਰ ਕਰਦੀ ਹੈ ਕਿਉਂਕਿ ਸਤਿਗੁਰ ਨੇ ਇਹ ਗੁਣ ਦੇਖਿਆ ਕਿ ਧਰਤੀ ਵਿੱਚ ਇਹ ਗੁਣ ਮਾਂ ਵਾਲਾ ਅਤੇ ਦੁਨੀਆ ਦੇ ਲੋਕਾਂ ਨੇ ਫਿਰ ਧਰਤੀ ਨੂੰ ਮਾਂ ਆਖ, ਧਰਤੀ ਮਾਤਾ। ਅਤੇ ਸਤਿਗੁਰੂ ਇੱਥੇ ਕਹਿੰਦੇ ਨੇ ਜਿਹੜੀ ਮਾਂ ਹੈ ਧਰਤੀ ਦੀ ਨਿਆਈ। ਕਹਿੰਦੇ ਉਧਰ ਸੰਜੋਗੀ, ਜਿਵੇਂ ਮਾਂ ਆਪਣੇ ਪੇਟ ਦੇ ਵਿੱਚ ਬੱਚੇ ਨੂੰ ਪਾਲਦੀ ਹੈ, ਇਸੇ ਤਰ੍ਹਾਂ ਹੀ ਕਹਿੰਦੇ ਧਰਤੀ ਜਿਹੜੀ ਹੈ ਸਾਰੇ ਸੰਸਾਰ ਨੂੰ ਸੰਭਾਲ ਰਹੀ ਹੈ। ਕਈ ਵਾਰ ਆਪਾਂ ਦੇਖਦੇ ਹਾਂ ਨਾ ਧਰਤੀ ਉੱਤੇ ਸੰਸਾਰ ਵਿੱਚ ਇਹੋ ਜਿਹੇ ਉਪਦਰਵ ਹੁੰਦੇ ਨੇ, ਕਈ ਵਾਰੀ ਗੁਰੂ ਸਵਾਰਿਓ ਧਰਤੀ 'ਚ ਪਾੜ ਪੈ ਗਿਆ ਅਤੇ ਵੱਡੇ ਵੱਡੇ ਜਿਹੜੇ ਲੋਕ ਨੇ ਵਿੱਚ ਧੱਸ ਜਾਂਦੇ ਨੇ, ਬੜਾ ਨੁਕਸਾਨ ਹੁੰਦਾ ਹੈ। ਵੱਡੇ ਵੱਡੇ ਪਹਾੜ ਰੁੜ ਕੇ ਆਉਂਦੇ ਨੇ ਅਤੇ ਆਉਂਦੇ ਜਾਂਦੇ ਰਾਹੀਆਂ ਨੂੰ, ਮੁਸਾਫਰਾਂ ਨੂੰ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ ਅਤੇ ਇਹ ਸਾਰੀਆਂ ਖੇਡਾਂ ਹੈ ਪ੍ਰਮਾਤਮਾ ਦੀਆਂ ਹਨ। ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਪ੍ਰਮਾਤਮਾ, ਕਿਉਂਕਿ ਇਹ ਧਰਤੀ ਵਿੱਚ ਵੀ ਪ੍ਰਮਾਤਮਾ, ਧਰਤੀ ਉਹਦੀ ਪੈਦਾ ਕੀਤੀ ਹੋਈ ਹੈ, ਸਾਰੀਆਂ ਹਵਾ ਉਹਦੀ ਪੈਦਾ ਕੀਤੀ ਹੋਈ ਹੈ, ਪਾਣੀ ਉਹਦਾ ਪੈਦਾ ਕੀਤਾ ਹੋਇਆ ਹੈ। ਅਤੇ ਇਸ ਤਰ੍ਹਾਂ ਉਹ ਪਰਿਪੂਰਨ ਪਰਮਾਤਮਾ ਇੱਕ ਧਰਤੀ ਦੀ ਨਿਆਈ ਸਾਰੇ ਜੀਵਾਂ ਦੀ ਕਹਿੰਦੇ ਸੰਭਾਲ ਕਰਦਾ ਹੈ। ਰਹਿਣ ਦਿਨਸ ਦੋਏ ਦਾਈ ਦਾਇਆ, ਜਗ ਖੇਲੈ ਖੇਲਾਈ ਹੈ। ਰਾਤ ਤੇ ਦਿਨ, ਰਾਤ ਦਿਨ ਕੀ ਹੈ? ਕਹਿੰਦੇ ਇਹ ਪਰਮਾਤਮਾ ਦੀਆਂ ਦੋ ਖੇਡਾਂ ਬਣਾਈਆਂ ਹੋਈਆਂ ਨੇ। ਇਹਦੇ ਵਿੱਚ ਜੀਵਾਂ ਨੂੰ ਪੈਦਾ, ਇੱਕ ਦਿਨ ਆ ਗਿਆ ਰਾਤ। ਕਹਿੰਦੇ ਇਸ ਤਰ੍ਹਾਂ ਜਗ ਦੇ ਜੀਵ ਦਿਨ ਰਾਤ ਵਿਚਰਦੇ ਹਨ ਅਤੇ ਜਗ ਦੇ ਜੀਵਾਂ ਪਾਸੋਂ ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਖੇਡਾਂ ਖਿਡਾ ਰਿਹਾ ਹੈ। ਕੋਈ ਰਾਤ ਵੇਲੇ ਆਹਰ ਕਰ ਰਿਹਾ, ਕੋਈ ਦਿਨ ਵੇਲੇ ਕਰ ਰਿਹਾ। ਹਾਲਾਂਕਿ ਪਰਮਾਤਮਾ ਨੇ ਗੁਰੂ ਸਰ ਜੋ ਸਮੇਂ ਦੀ ਜਿਹੜੀ ਵੰਡ ਕੀਤੀ ਸੀ ਨਾ, ਬੜੇ ਸੋਹਣੇ ਤਰੀਕੇ ਨਾਲ ਕੀਤੀ ਸੀ ਕਿ ਮਨੁੱਖ ਦਿਨ ਵੇਲੇ ਕੰਮ ਧੰਦਾ ਕਰੇ, ਸਾਰਾ ਦਿਨ ਥੱਕ ਕੇ ਹਾਰ ਜਾਵੇ ਅਤੇ ਰਾਤ ਵੇਲੇ ਫਿਰ ਮਨੁੱਖ ਵਿਸ਼ਰਾਮ ਕਰਨ ਲਈ ਰਾਤ ਬਣਾ ਦਿੱਤੀ। ਫਿਰ ਸਤਿਗੁਰੂ ਜੀ ਨੇ ਉਹ ਸਮਾਂ ਮੰਗਿਆ ਪਰਮੇਸ਼ਰ ਨੇ ਜਿਹੜੇ ਸਮੇਂ ਮਨੁੱਖ ਬਿਲਕੁਲ ਵਿਹਲਾ ਹੈ। ਉਹ ਸਮਾਂ ਕਿਹੜਾ? ਜਿਹਨੂੰ ਗੁਰਬਾਣੀ ਵਿੱਚ ਆਖਿਆ ਗਿਆ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਜਿਹਨੂੰ ਚੌਥਾ ਪਹਿਰ ਆਖਿਆ, ਰਾਤ ਦਾ ਚੌਥਾ ਪਹਿਰ ਵੀ ਆਖਿਆ ਜਾਂਦਾ ਹੈ। ਉਹ ਸਮਾਂ ਜਦੋਂ ਮਨੁੱਖ ਬਿਲਕੁਲ ਵਿਹਲਾ ਹੁੰਦਾ, ਪਰਮਾਤਮਾ ਕਹਿੰਦਾ ਉਹ ਸਮਾਂ ਮਨੁੱਖ ਤੂੰ ਉੱਠ, ਜਾਗਣਾ ਕਰ, ਜਾਗ ਕੇ ਜਾਗਰਤ ਅਵਸਥਾ ਵਿੱਚ ਪਹੁੰਚ ਅਤੇ ਮੈਨੂੰ ਚੇਤੇ ਕਰ। ਜੇ ਉਹ ਸਮਾਂ ਤੈਂ ਸੰਭਾਲ ਲਿਆ, ਤੇਰਾ ਜੀਵਨ ਅੰਮ੍ਰਿਤ ਹੈ। ਜੇ ਉਹ ਸਮਾਂ ਤੇਰੇ ਪਾਸੋਂ ਲੰਘ ਗਿਆ
ਤੇਰਾ ਜੀਵਨ ਫਿਰ ਇੱਕ ਤਰ੍ਹਾਂ ਨਰਕਾਂ ਦੇ ਵਿੱਚ ਹੈ। ਤੇ ਗੁਰੂ ਸਵਾਰੇ ਉੱਪਰ ਅਜੋਕੇ ਸਮੇਂ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਇੰਨਾ ਬਿਜੀ ਕਰ ਲਿਆ ਕਿ ਰਾਤ ਪਰਮਾਤਮਾ ਨੇ ਵਿਸ਼ਰਾਮ ਕਰਨ ਲਈ ਬਣਾਉਣਾ ਕੀਤੀ ਸੀ, ਤੇ ਰਾਤ ਵੇਲੇ ਦਿਨ ਮਨੁੱਖ ਦਿਨੇ ਵੀ ਕੰਮ ਧੰਦਾ ਕਰ ਰਿਹਾ, ਰਾਤ ਨੂੰ ਵੀ ਕਰ ਰਿਹਾ ਹੈ। ਇੰਨੀ ਦੌੜ ਭੱਜ ਲੱਗੀ ਹੋਈ ਹੈ ਕਿ ਨਾ ਦਿਨੇ ਚੈਨ ਨਾ ਰਾਤ ਨੂੰ ਚੈਨ ਹੈ। ਜਿਨ੍ਹਾਂ ਨਾ ਦਿਨੇ ਸੌਣ ਆਰਾਮ ਕਰਨਾ ਨਾ ਰਾਤ ਨੂੰ ਆਰਾਮ ਕਰਨਾ, ਮਸ਼ੀਨਰੀ ਜਦੋਂ ਚੱਲਦੀ ਰਹਿਣੀ ਹੈ ਫਿਰ ਅੰਮ੍ਰਿਤ ਵੇਲੇ ਕਿੱਥੋਂ ਉੱਠਿਆ ਜਾਣਾ ਹੈ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਇਹ ਦਿਨ ਤੇ ਰਾਤ ਪਰਮਾਤਮਾ ਦੀਆਂ ਦੋ ਖੇਡਾਂ ਨੇ। ਕਹਿੰਦੇ ਨੇ ਇਸ ਤਰ੍ਹਾਂ ਜਗਤ ਵਿੱਚ ਕਹਿੰਦੇ ਉਹ ਵਾਹਿਗੁਰੂ ਜੀਵਾਂ ਪਾਸੋਂ ਸਾਰੇ ਸੰਸਾਰ ਨੂੰ ਖੇਡਾਂ ਖਿਡਾ ਰਿਹਾ ਹੈ। ਇਹ ਖੇਲ ਖੇਲ ਰਿਹਾ ਹੈ। ਆਪੇ ਮਛਲੀ ਆਪੇ ਜਾਲਾ ਆਪੇ ਗਊ ਆਪ ਰਖਵਾਲਾ। ਆਪੇ ਮਛਲੀ ਤੇ ਪਰਮਾਤਮਾ ਫਿਰ ਆਪ ਹੀ ਮਛਲੀ ਹੈ, ਆਪ ਹੀ ਪਰਮਾਤਮਾ ਜਾਲ ਪਾਉਣ ਵਾਲਾ ਫੰਦਕ ਹੈ, ਮਛੇਰਾ ਹੈ। ਕਿਉਂਕਿ ਬਹੁਤ ਸਾਰੇ ਸ਼ਬਦ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੇ ਨੇ, ਇਤਿਹਾਸਕ ਪ੍ਰਮਾਣ ਵੀ ਸਾਨੂੰ ਮਿਲਦੇ ਨੇ, ਜਿਹਦੇ ਰਾਹੀਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਨਾਲ ਹਨ। ਇੱਕ ਬੀਆਬਾਨ ਜੰਗਲ ਵਿੱਚ ਸਤਿਗੁਰੂ ਬੈਠ ਗਏ। ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਦਾ ਗਾਇਨ ਕੀਤਾ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਗੁਰੂ ਸਵਾਰਿਓ ਕੀਰਤਨ ਦੀ ਸਮਾਪਤੀ ਹੋਈ ਤੇ ਸਾਹਮਣੇ ਸਤ ਭਾਈ ਮਰਦਾਨੇ ਦੀ ਨਿਗਾਹ ਪਈ ਹੈ ਕਿ ਇੱਕ ਮਨੁੱਖ, ਇੱਕ ਇਸਤਰੀ ਦੀ ਡੈੱਡ ਬੋਡੀ ਪਈ ਹੋਈ ਹੈ ਜੰਗਲ ਦੇ ਵਿੱਚ। ਉਸ ਇਸਤਰੀ ਮੁਰਦਾ ਇਸਤਰੀ ਦੇ ਨਾਲ ਉਹ ਕਰਮ ਕਰ ਰਿਹਾ ਹੈ, ਪਾਪ ਕਰ ਰਿਹਾ ਹੈ। ਭਾਈ ਮਰਦਾਨਾ ਜੀ ਦੇਖ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਾਤਸ਼ਾਹ ਦੇਖੋ, ਆਪ ਜੀ ਦੇ ਬਾਣੀ ਦਾ ਅਸਰ ਇਹਨਾਂ ਦਰਖਤਾਂ ਉੱਤੇ ਹੋਇਆ, ਇਹਨਾਂ ਪਸ਼ੂ ਪੰਛੀਆਂ ਉੱਤੇ ਹੋਇਆ। ਜਿੰਨੇ ਵੀ ਪਸ਼ੂ ਪੰਛੀ ਸਨ ਇਹ ਸਾਰੇ ਜੜ ਹੋ ਕੇ ਬੈਠ ਗਏ, ਦਰਖਤਾਂ ਵਿੱਚੋਂ ਰਸ ਚੋਣ ਲੱਗ ਪਏ ਆ। ਪਰ ਸਤਿਗੁਰੂ ਉਹ ਦੇਖੋ ਸਾਹਮਣੇ ਪਾਪੀ ਇਨਸਾਨ ਜਿਹੜਾ ਐਡਾ ਵੱਡਾ ਕੁਕਰਮ ਕਰ ਰਿਹਾ। ਸਤਿਗੁਰੂ ਇਹਦੇ ਬਾਬਤ ਆਪ ਜੀ ਕੀ ਕਹੋਗੇ, ਆਪ ਜੀ ਦਾ ਕੀ ਖਿਆਲ ਹੈ? ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਸਮੇਂ 'ਤੇ ਸ਼ਬਦ ਉਚਾਰਨ ਕੀਤਾ। ਕਹਿਣ ਲੱਗੇ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੈ ਚੋਲੜਾ ਆਪੇ ਸੇਜ ਪਧਾਰ ਰੰਗ ਰੱਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ। ਕਹਿੰਦੇ ਉਹ ਰਸ, ਜਿਹੜੇ ਰਸ ਹੈ, ਰਸੀਆ ਵੀ ਕਹਿੰਦੇ ਆਪ ਹੈ ਤੇ ਰਸ ਵੀ ਉਹਦੇ ਪੈਦਾ ਕੀਤੇ ਹੋਏ ਨੇ, ਤੇ ਆਪ ਹੀ ਉਹ ਫਿਰ ਉਹਨਾਂ ਰਸਾਂ ਨੂੰ ਮਾਣਨ ਵਾਲਾ, ਚੱਖਣ ਵਾਲਾ ਹੈ, ਉਹ ਸਵਾਦ ਨੂੰ ਚੱਖਣ ਵਾਲਾ ਹੈ। ਤੇ ਆਪੇ ਕਹਿੰਦੇ ਇਸ ਤਰ੍ਹਾਂ ਉਹ ਵਾਹਿਗੁਰੂ ਆਪ ਹੀ ਇਸਤਰੀ ਰੂਪੀ ਆਪ ਹੀ ਹੈ। ਤੇ ਪਰਮਾਤਮਾ ਦੇ ਇਹ ਸਾਰੇ ਕੌਤਕ ਨੇ, ਪਰਮਾਤਮਾ ਦੀ ਖੇਡ ਹੈ, ਕਿਉਂਕਿ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਜਿਮੀ ਜਮਾਨ ਕੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਧ ਹੈ, ਨਾ ਘਾਟ ਬਾਧ ਹੋਤ ਹੈ। ਸਾਰੀਆਂ ਥਾਵਾਂ 'ਤੇ ਇੱਕ ਹੀ ਅਖੰਡ ਜੋਤ ਸਮਾਈ ਹੋਈ ਹੈ। ਗੁਰੂ ਘਰਾਂ ਦੇ ਵਿੱਚ ਆਮ ਤੌਰ 'ਤੇ ਜੋਤਾਂ ਜਗਾਈਆਂ ਜਾਂਦੀਆਂ ਨੇ। ਹਾਲਾਂਕਿ ਜਦੋਂ ਪੁਰਾਤਨ ਸਮਾਂ ਸੀ ਨਾ, ਉਦੋਂ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਸੀ। ਉਦੋਂ ਇਹ ਜਿਹੜੇ ਦੀਵੇ ਨੇ, ਇਹ ਦੀਵੇ ਜਿਹੜੇ ਵੱਸਦੇ ਘਰਾਂ ਦਾ ਪ੍ਰਤੀਕ ਹੁੰਦਾ ਸੀ। ਜਿਸ ਘਰ ਵਿੱਚ ਦੀਵਾ ਬਲਦਾ ਕਿ ਮਨ ਲੋਕ ਵੱਸਦੇ ਨੇ।
जिस घर दीवा बुझ गया तो जिथे चानण नहीं होया तो कहते सन उस घर में कोई रहन वाला नहीं है। वो भी समा आया जदों गुरु सवारे हरमंदर साहिब की बेदबी की गई सी। मस्सा रंगड़ जैसिया ने उत्थे बैठ के ते गुरु सवारिओ कंजरियां नचाणा कीतियां सन। ते उदों इहो जी तकड़ाई की गई सी कि अंदर जोत नहीं जगनी चाहिए। हरमंदर साहिब वेखे, हरमंदर साहिब वेखे जोत नहीं जगनी चाहिए। तो ਸਿੰਘਾਂ ने गुरमता पास किया कि भाई जे जोत बुझ गई, गल जोत की नहीं है, जे जोत बुझ गई तो ये आखणगे सिख खत्म हो गए। आपां दसांगे चाहे सानू शहादत का जाम क्यों ना पीना करे, एक सिंह जावेगा जोत जरूर जगा के आवेगा। ते गुरु सवारे सरोवर के राही तैर के अंदर जाते, सिपाहियों ने तकड़ाई की हुई है ते अंदर फिर जोत जगा देंदे ने। जो जोत जगदी सी उदों सिपाहियों नूं भाजड़ा पै जांदे कि सिख आए कित्थों ने। उहदे गोलियां दी बुछार की जाती सी ते कई वारी ਸਿੰਘਾਂ नूं गुरु शहादत का जाम भी पीना पिया सी। दस दिता हुकूमत नूं कि जिहड़े सिखां दा तुसीं नामो निशान मिटाना चाहुंदे हो ते ओह बसदे ने ते बसदे हन ते बसदे ही रहणगे। ते गुरु सवारिओ इस करके उस मालक दी ही जोत सारियां थावां ते समाई हुई है। प्रतख जोत ये जिहड़ा जोत जगाई असल विच ये प्रतीक है कि ये भाई बसदे घर ने, उजड़े हुए घर नहीं हैं। पर अज एक साड़ी ये मनोत मन बन गई है कि जोत ही कई इस तरह देखो सतगुरु ने सानू शब्द गुरु गुरु ग्रंथ साहिब महाराज लड़ लाया है। शब्द गुरु गुरु ग्रंथ साहिब महाराज आपां सहारा लेना है। ठीक है जोत जग रही है, वातावरण शुद्ध होंदा है ते पर गुरु सवारे आपां कई बारी जोत नूं मत्था टेकी जा रहे हैं। आपां तो सतगुरु कहते ने आग्या पई अकाल की तबै चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभ को मिल बोच है खोज शब्द में ले। ये गुरु साहिबां ने बचन कर दिते ने। तो इस करके गुरु सवारिओ आपां शब्द नूं मत्था टेकना, शब्द का सत्कार करना है। जिन्ना आपां शब्द का सत्कार करांगे उन्ना साडे अंदर अनुभव होवेगा, ज्ञान सानू प्राप्त होवेगा। सतगुरु जी बचन करते ने, कहते भाई इस तरह वो वाहिगुरु आप ही है। मछली भी आप है, कहते जाल पाने वाला फंदक भी आप है, आप ही कहते गऊआं भी आप है, गऊआं विच भी वही बैठा होया ते गऊआं की रखवाली करने वाला वाहिगुरु आप ही है। आपे गऊ आपे रखवाला, आप ही रख्या करने वाला है। फिर खीर ते सतगुरु बचन करते ने, सर्ब जियां जग जोत तुम्हारी, जैसी प्रभ फुरमाई है। हे वाहिगुरु सर्ब जियां सारे जीवां दे विच तेरी जोत जग रही है, सारे जगत विच। जैसी प्रभ फरमाई है, जिमें परमात्मा तू फरमान करदा ना उस तरह ही हो रहा, तेरे हुक्म दे विच ही है। इकना नूं तुसां ने नाम जपण नहीं लाया, टहल सेवा करन नहीं लाया है। इकना दी इहो जी खेड़ वरती है जिन्हां दे, क्योंकि है कर्म ने पर है परमात्मा का हुक्म है। वो तेरे हुक्म दे विच फिर माड़े काम कर रहे ने, जूआ खेड रहे हैं, शराबां पी रहे हैं, नशे का इस्तेमाल कर रहे हैं। उन्हां दी जिंदगी जी नरकां वाली बनी हुई है। तो जो आप देखते हैं एक पासे नरक वाला जीवन बतीत कर रहे हैं, एक पासे गुरु सवारिओ अमृत वेले संभाल की जाती, नाम जपया या सेवा सिमरन किया जा रहा है। तो उदों आप देख के वाहिगुरू का शुक्र करिए कि वाहिगुरू तेरियां खेडां ने पर तैं साडे उत्ते तरस कीता होया, तुसां ने सानू बाणी दे लड़ लाया, तुसां ने सानू अपनी संगत बख्शिश की है, अपनी निघी गोद बख्शिश की है। तो वाहिगुरू तेरा शुक्र है, तो वार वार उस वाहिगुरू का शुक्र करना है। परमात्मा की खेड ऐसी है
ਇੱਕ ਘਰ ਦੇ ਵਿੱਚ ਗੁਰੂ ਸਾਹਿਬ ਖੁਸ਼ੀਆਂ ਖੇੜੇ ਨੇ। ਇੱਕ ਘਰ ਐਸਾ ਹੈ ਜਿੱਥੇ ਸ਼ੁਰੂ ਤੋਂ ਹੀ ਦੁੱਖ ਨੇ, ਤਕਲੀਫ ਨੇ, ਰੋਣਾ ਧੋਣਾ ਬਣਿਆ ਹੋਇਆ ਹੈ। ਉਹ ਵੀ ਇਨਸਾਨ ਹੈ ਤੇ ਦੂਜਾ ਵੀ ਇਨਸਾਨ ਹੈ। ਬੁੱਲੇ ਸ਼ਾਹ ਵਿਚਰਦੇ ਹੋਏ ਜਾ ਰਹੇ ਨੇ, ਕਹਿੰਦੇ ਨੇ ਬਕਰੀਦ ਦਾ ਸਮਾਂ, ਬਕਰੀਦ ਈਦ ਤੇ ਬਕਰੀਦ ਇਹ ਮੁਸਲਮਾਨ ਵੀਰਾਂ ਦੇ ਤਿਉਹਾਰ ਮੰਨੇ ਗਏ ਨੇ। ਜਦੋਂ ਬਕਰੀਦ ਦਾ ਸਮਾਂ ਹੁੰਦਾ ਇਹ ਬੱਕਰੇ ਵੱਢਦੇ ਨੇ, ਬੱਕਰਿਆਂ ਨੂੰ ਹਲਾਲ ਕੀਤਾ ਜਾਂਦਾ ਹੈ। ਕਹਿੰਦੇ ਨੇ ਇੱਕ ਬੱਕਰਿਆਂ ਦਾ ਬਾਗ ਜਾ ਰਿਹਾ, ਬੱਕਰੇ ਤਕਰੀਬਨ 500 ਦੇ ਕਰੀਬ ਬੱਕਰੇ ਕੋਈ ਲੈ ਕੇ ਜਾ ਰਿਹਾ ਵਪਾਰੀ ਬੱਕਰੇ ਵੇਚਣ ਲਈ ਜਾ ਰਿਹਾ, ਤੇ ਸਾਹਮਣੇ ਕਾਜੀ ਦੀ ਨਿਗਾਹ ਪਈ ਤੇ ਕਾਜੀ ਨੇ ਉਸ ਲਾਈਨ ਦੇ ਵਿੱਚੋਂ 5 ਬੱਕਰਿਆਂ ਦਾ ਸੌਦਾ ਕੀਤਾ। 5 ਬੱਕਰਿਆਂ ਨੂੰ ਗੁਰੂ ਸਾਹਿਬ ਪੈਸੇ ਦਿੱਤੇ ਤੇ ਉਹ ਵੱਖਰੇ ਕਰ ਲਏ। ਜਦੋਂ ਹੁਣ ਵੱਖਰੇ ਕਰਕੇ ਉਹਨਾਂ ਬੱਕਰਿਆਂ ਨੂੰ ਕਾਜੀ ਲਿਜਾ ਰਿਹਾ ਤੇ ਬੱਕਰੇ ਪਿਛਾਂਹ ਨੂੰ ਮੁੜਨ ਕੋਸ਼ਿਸ਼ ਕਰਨ ਕਿ ਸਾਡੇ ਸਾਥੀਆਂ ਨੂੰ ਅਸੀਂ ਵਿਛੜ ਗਏ ਹਾਂ। ਇਹ ਵੀ ਪਤਾ ਹੈ ਕਿ ਹੁਣ ਸਾਥੀਆਂ ਨੂੰ ਵਿਛੜੇ ਹੁਣ ਸਾਡੀ ਮੌਤ ਹੋਵੇਗੀ, ਸਾਨੂੰ ਇਹ ਹਲਾਲ ਕਰਨਗੇ। ਤੇ ਉਹ ਗੁਰੂ ਸਾਹਿਬ ਖੁਸ਼ੀ ਮਨਾ ਰਿਹਾ ਹੈ, ਕਾਜੀ ਜਿਹੜੇ ਨਾਲ ਦੇ ਸਾਥੀ ਨੇ, ਕਿ ਹੁਣ ਸਾਡੇ ਘਰ ਵਿੱਚ ਮਾਸ ਬਣੇਗਾ, ਅਸੀਂ ਇਹ ਮਾਸ ਖਾਵਾਂਗੇ। ਇਸ ਤਰ੍ਹਾਂ ਉਹਦੇ ਮਨ 'ਚ ਖੁਸ਼ੀਆਂ ਤੇ ਬੱਕਰੇ ਮੈਂ ਕਰ ਰਹੇ ਹਨ। ਤੇ ਬਾਬਾ ਬੁੱਲੇ ਸ਼ਾਹ ਜੀ ਜਾ ਰਹੇ ਨੇ, ਉਹਦੀ ਨਿਗਾਹ ਪੈ ਗਈ, ਦੇਖਿਆ, ਸਾਰੀ ਖੇਡ ਦੇਖੀ। ਉਹਨਾਂ ਦੇ ਰਿਹਾ ਨਹੀਂ ਗਿਆ, ਉਹਨਾਂ ਨੇ ਫਿਰ ਆਪਣੀ ਪੰਜਾਬੀ ਬੋਲੀ ਵਿੱਚ ਗੁਰੂ ਸਾਹਿਬ ਇੱਕ ਸ਼ੇਰ ਅਰਜ਼ ਕੀਤਾ। ਕਹਿਣ ਲੱਗੇ, ਇਕਨਾਂ ਦੇ ਘਰ ਸ਼ਾਦੀ ਗੋਸ਼ਤ ਖਾਣਗੀਆਂ, ਇਕਨਾਂ ਦੇ ਘਰ ਗਮੀ, ਕਿ ਇਹ ਕਹਿਣ ਲੱਗੇ ਇਕਨਾਂ ਦੇ ਘਰ ਤਾਂ ਖੁਸ਼ੀਆਂ ਨੇ, ਖੁਸ਼ੀਆਂ ਖੇੜੇ ਨੇ ਕਿ ਭਾਈ ਹੁਣ ਸਾਨੂੰ ਗੋਸ਼ਤ ਮਿਲੇਗਾ, ਆਪਾਂ ਇਕੱਠੇ ਹੋ ਕੇ ਸਾਰੇ ਬੈਠਾਂਗੇ, ਬਕਰੀਦ ਮਨਾਵਾਂਗੇ ਤੇ ਮਾਸ ਖਾਵਾਂਗੇ। ਕਹਿੰਦੇ ਇੱਕ ਐਸੇ ਨੇ ਜਿਨ੍ਹਾਂ ਦੇ ਘਰ ਵਿੱਚ ਕਹਿੰਦੇ ਦੁੱਖ ਹੈ ਕਿ ਜਾਨੋਂ ਜਾਣਗੇ, ਇਕਨਾਂ ਦੇ ਘਰ ਦੁੱਖ ਜਾਨੋਂ ਜਾਣਗੇ। ਬੱਕਰੇ ਜਿਹੜੇ ਇਹਨਾਂ ਨੂੰ ਪਤਾ ਹੈ ਕਿ ਹੁਣ ਅਸੀਂ ਆਪਣੇ ਬਾਗ ਨਾਲ ਵੱਖਰੇ ਹੋਏ ਹਾਂ ਤੇ ਸਾਡੀ ਹੁਣ ਜਾਨ ਖਤਮ ਹੋ ਜਾਵੇਗੀ, ਸਾਨੂੰ ਹਲਾਲ ਕਰਕੇ ਪਰੇ ਮਾਰਨਗੇ। ਤੇ ਗੁਰੂ ਸਵਾਰਿਓ, ਇਸੇ ਤਰ੍ਹਾਂ ਹੀ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਪਰਿਵਾਰ ਐਸਾ ਹੈ ਜਿਹੜਾ ਆਪਣਾ ਜ਼ਿੰਦਗੀ ਨੂੰ ਬੜੀ ਸੁੱਖਾਮਈ ਢੰਗ ਨਾਲ ਬਤੀਤ ਕਰ ਰਿਹਾ ਹੈ। 36 ਪ੍ਰਕਾਰ ਦੇ ਪਕਵਾਨ ਘਰ ਦੇ ਵਿੱਚ ਨੇ। ਇੱਕ ਸਮੇਂ ਦਾ ਪ੍ਰਸ਼ਾਦਾ ਛਕਿਆ ਤੇ ਦੂਜੇ ਸਮੇਂ ਦਾ ਫੇਰ ਤਿਆਰ ਹੈ, ਦੂਜੇ ਦਾ ਛਕਿਆ ਤੀਜੇ ਦਾ ਫੇਰ ਤਿਆਰ ਹੈ। ਚੰਗਾ ਖਾਂਦਾ, ਚੰਗਾ ਪਹਿਨਦਾ, ਚੰਗੀ ਸਵਾਰੀ ਕਰਦਾ ਏ। ਹਰ ਇੱਕ ਸੁੱਖ ਸਹੂਲਤ ਉਸ ਮਨੁੱਖ ਨੂੰ ਪ੍ਰਾਪਤ ਹੋਈ ਹੈ। ਉਹਦਾ ਜ਼ਿੰਦਗੀ ਵਧੀਆ ਖੁਸ਼ ਸੁੱਖਾਂ ਨਾਲ ਬਤੀਤ ਹੋ ਰਹੀ ਹੈ। ਇੱਕ ਐਸੇ ਨੇ ਜਿਹੜੇ ਘਰ ਵਿੱਚ ਇੱਕ ਸਮੇਂ ਦਾ ਪ੍ਰਸ਼ਾਦਾ ਵੀ ਮਸਾਂ ਨਸੀਬ ਹੁੰਦਾ ਹੈ। ਪਹਿਨਣ ਲਈ ਚੰਗੇ ਵਸਤਰ ਨਹੀਂ ਹਨ, ਪੈਰਾਂ 'ਚ ਪਾਉਣ ਲਈ ਜੋੜਾ ਨਹੀਂ ਹੈ, ਤੇ ਹੋਰ ਅਨੇਕਾਂ ਦੁੱਖਾਂ ਨੇ ਆ ਕੇ ਘੇਰਿਆ, ਕੋਈ ਰੋਗ ਲੱਗਿਆ ਇਤਿਆਦਿਕ, ਤੇ ਹੈ ਉਹ ਵੀ ਮਨੁੱਖ ਹੈ ਤੇ ਉਹ ਵੀ ਮਨੁੱਖ ਨੇ। ਤੇ ਉਹ ਦੋਨਾਂ ਹੈ ਮਨੁੱਖ ਨੇ, ਦੋਨੇ ਜੀਵ ਨੇ, ਪਰ ਦੋਨਾਂ ਦੇ ਕਰਮ ਵੱਖਰੇ ਵੱਖਰੇ ਪਰਮਾਤਮਾ ਲਿਖਣਾ ਕੀਤੇ ਨੇ। ਇੱਕ ਦੇ ਕਰਮਾਂ ਵਿੱਚ ਸੁੱਖ ਲਿਖਿਆ ਹੋਇਆ, ਜਿਹਨੇ ਪੁੰਨ ਦਾਨ ਕੀਤਾ ਪਿਛਲੇ ਜਨਮ ਦੇ ਵਿੱਚ, ਇਹ ਕਰਮਾਂ ਸੰਧੜਾ ਖੇਤ ਹੈ। ਜਿਹੋ ਜਿਹਾ ਆਪਾਂ ਕਰਮ ਕਰਾਂਗੇ ਉਹੋ ਜਿਹਾ ਸਾਨੂੰ ਫਲ ਮਿਲੇਗਾ। ਜਿਹੋ ਇਸ ਤਰ੍ਹਾਂ ਜਿਹਨੇ ਪੁੰਨ ਦਾਨ ਚੰਗੇ ਕੰਮ ਕੀਤੇ ਨੇ ਉਹਨੂੰ ਫਿਰ ਇਹ ਫਲ ਮਿਲਿਆ। ਜਿਹਨੇ ਗੁਰੂ ਸਵਾਰਿਓ ਕੰਜੂਸੀ ਕੀਤੀ ਹੈ, ਕਿਸੇ ਦਾ ਭਲਾ ਨਹੀਂ ਕੀਤਾ, ਦੂਜਿਆਂ ਦਿਲ ਦੁਖਾਣਾ ਕੀਤਾ ਹੈ, ਤੇ ਉਹਨਾਂ ਦੀ ਫਿਰ ਹਾਲਤ ਇਹੋ ਜਿਹੀ ਹੁੰਦੀ ਹੈ, ਉਹ ਸਾਰੀ ਉਮਰ ਹੀ ਰੋਂਦੇ ਰਹਿੰਦੇ ਨੇ। ਰੋਣਾ ਧੋਣਾ ਜ਼ਿੰਦਗੀ ਉਹਨਾਂ ਦੀ ਖਤਮ ਹੋ ਜਾਂਦੀ ਹੈ, ਪਰ ਰੋਣਾ ਧੋਣਾ ਨਹੀਂ ਮੁੱਕਦਾ। ਪਰ ਇਹ ਖਤਮ ਹੋ ਸਕਦਾ ਹੈ ਤੇ ਗੁਰੂ ਚਾਹਵੇ ਤੇ ਗੁਰੂ ਸਵਾਰੇ ਸਾਡੇ ਕੀਤੇ ਹੋਏ ਕਰਮਾਂ ਨੂੰ ਛਿਣ ਮਾਤਰ ਵਿੱਚ ਮਿਟਾ ਸਕਦਾ ਹੈ। ਗੁਰੂ ਉੱਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ। ਤੇ ਮਾਲਕ ਜੀ ਬੇਨਤੀ ਕਰੋ, ਪਾਤਸ਼ਾਹ ਜੀ ਸਾਡੇ ਪਿਛਲੇ ਆਪ ਜੀ ਕੀਤੇ ਹੋਏ ਕਰਮਾਂ ਨੂੰ ਨਾ ਚਿਤਾਰਨਾ ਕਰੋ।
सानू बख्शना करो, अगे सानू श्रेष्ठ मार्ग ते पाना करो। तो गुरु फिर बख्शा करके गुरु सारे साडे पिछले गुनाहां नू पातशाह बख्श देणगे। पर कई बारी ऐसा हुंदा है जो मनुख उत्ते दुख तकलीफ आउंदी है तो दुख तकलीफ वेले मनुख फिर परमात्मा नू लांभे देण लग पैंदा, गुरु नू लांभे दिंदा है। तो असल विच कसूर तां मनुख दा अपना है। कर्म तां आप माड़ा कीता ना, जो कर्म कीता वो भोग रहे। किसी नू राह विच आपां टोआ पुट दईए, टोआ पुट दईए कि इत्थों मेरा गुआढ़ी लंघेगा तो गुआढ़ी टोए च डिगेगा, मैं ताड़ियां मारां, खुशी मनावांगा। तो गुआढ़ी उत्थों लंघिया, किसी नू टोए विच गुआढ़ी तां डिग गया, तो अज तैं गुआढ़ी नू डिगना कीता, अज किसी नू डिग गया तो कल नू बारी तेरी भी आनी है। जिहड़ा टोआ तैं पुट्टिया ना, उस टोए विच तैनूं भी डिगना पवेगा। ये टोआ घट डूंगा है, जिस टोए तू डिगेगा ये तो वध डूंगा होवेगा। इस करके कदे भी गुरु सर माड़ा काम ना करो। ये सोच मनुख की होनी चाहिए है। सानू गुरु साहब सिखां की सोच ये बनाई है। तो सिख सरबत का भला मंगदा, सिख तो दुश्मन का ही भला मंगदा है। जे औरंगजेब बादशाह ने, वजीद खां ने गुरु सर सतगुर के साहबजादे शहीद किए तो औरंगजेब बादशाह खत्म होंदा ते उस तो बाद सतगुरु बहादुर शाह नू हिंदुस्तान का तख्तो ताज दवाते ने। जे पातशाह चाहते तो आप तख्तो ताज उत्ते बैठ सकते सी, सतगुरु आप बैठ सकते, राजे बन बादशाह बन सकते सन। पर पातशाह दुनियावी बादशाह नहीं सन, क्योंकि जिन्ने भी सतगुर जंग युद्ध लड़ना कीते ने 14 जंगां आउंदियां ने कुल, छोटियां ते वड्डियां। तो सतगुरु कदे किसी उत्ते चढ़ के नहीं गए। आपां इतिहास पढ़िया, देखते सारे सुनिया सारिਆਂ ने कि सतगुरु किसी उत्ते नहीं चढ़ के गए। जदों कोई सतगुरां उत्ते चढ़ के आया तो सतगुर ने अपनी रखिया लई फिर हथियार उठाना कीता। शास्त्र रखे ने तो शास्त्र का इस्तेमाल उदों कीता जदों कोई दुश्मन दल चढ़ के आ गया, अपनी रखिया वास्ते उस शास्त्र की वरतों की है। फिर सतगुरु भला लोचते हैं, सारिਆਂ का भला लोचते हैं। कहते हैं इतिहास की गाथा होंदी है, ਜਿਹੜੇ ਇਹ ਰੰਗੜ ਸੀ ਮੁਸਲਮਾਨ ਸਨ, ਜਦੋਂ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਸਨ, ਕਈ ਵਾਰੀ ਇਹ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਬੜਾ ਤੰਗ ਕਰਦੇ ਸੀ। ਕਈ ਵਾਰੀ ਬਹੁ ਬੇਟੀਆਂ ਨੂੰ ਚੁੱਕ ਲੈਣਾ, ਕੁਕਰਮ ਕਰਨ ਦੀ ਕੋਸ਼ਿਸ਼ ਕਰਨੀ ਹੈ, ਪਾਤੇ ਜੋ ਲੁੱਟਣੀ। ਇੱਕ ਦਿਨ ਸਿੰਘਾਂ ਨੇ ਗੁਰਮਤਾ ਪਕਾ ਲਿਆ ਕਿ ਇਸ ਤਰ੍ਹਾਂ ਇਹ ਕਰਦੇ ਨੇ ਲੋਕ, तो आपां भी सबक सिखाना करिए इन्होंने। कि ਸਿੰਘਾਂ ने जाके हमला बोलिया, हमला बोल के गुरु सर जिथे इन्हों का शंघार किया, उत्थे इन्हों की एक नौजवान इस्त्री नूं, लड़की नूं चुक के लैके आए कलगीधर पातशाह दरबार विच। कलगीधर पातशाह दरबार विच पहुँचे, सतगुरु नूं आख्या कि पातशाह फलाने रंगणा उत्ते फलाणिਆਂ उत्ते जित प्राप्त की है। सतगुरु जदों वो डोले विचों उतरीए कहन लगे ये कौन है? पातशाह जी ये फलाने की लड़की है। कलगीधर पातशाह कहणगे तुसीं ये की कीता है? कहन लगे सतगुरु जदों ये तुरक साडे उत्ते हमला करते ने, साडियां बहु बेटियां नूं चुक के लै जांदे ने, उन्हां नाल कुकर्म करते ने, ते असीं भी उन्हां नूं दसना चाहते जे तुसीं कर सकदे असीं भी एक कर्म कर सकते हैं। तो कलगीधर पातशाह कहन लगे नहीं भाई, फिर साडे विच ते उन्हां विच की फर्क रह गया? ते ਉਹ ਕੁਕਰਮ ਉਹ ਕਰਦੇ ਨੇ, ਦੁਆਰਾ ਤੁਸੀਂ ਕੁਕਰਮ ਕਰੋਗੇ ਤੇ ਤੁਹਾਡੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ। ਇਸ ਕਰਕੇ ਤੁਸੀਂ ਇਹਨੂੰ ਸਹੀ ਸਲਾਮਤ ਇਹਨੂੰ ਵਾਪਸ ਮੋੜ ਕੇ ਆਣਾ ਕਰੋ, ਵਾਪਸ ਮੁੜ ਕੇ ਆਵੋ। मैं अपने सिखा नूं सरबत दा भला मनण दा कौम बनाना कीती है, किसी की पाते टुटण लई नहीं सिख सिखां नूं बनाना कीता है। इस करके इहो जिहा किरदार सिखां दा सी गुरु सवारिओ, अज भी है।
ਪਰ ਬਹੁਤ ਤਾਦਾਦ ਵਿੱਚ ਅੱਜ ਹਾਲਾਤ ਇਹੋ ਜਿਹੇ ਹੋ ਗਏ ਨੇ, ਕਈਆਂ ਨੇ ਬਾਣਾ ਪਹਿਨਿਆ ਹੋਇਆ, ਬਾਣਾ ਪਹਿਨ ਕੇ ਗਲਤ ਕੰਮ ਕਰਦੇ ਜਾ ਰਹੇ ਨੇ। ਕਿਰਦਾਰ ਪੁਰਾਤਨ ਸਿੱਖਾਂ ਦਾ ਕਿਰਦਾਰ ਸੀ, ਬਾਣੀ ਦੇ ਧਾਰਨੀ ਸੀ, ਤੇ 4 ਬੱਜਰ ਗ੍ਰਹਿਤਾਂ ਤੋਂ ਗੁਰੂ ਸਾਹਿਬ ਬਿਲਕੁਲ ਆਪਣੇ ਮਨ ਨੂੰ ਕੰਟਰੋਲ ਕੀਤਾ ਹੋਇਆ ਸੀ। ਤੇ ਫੈਸ਼ਨ ਪ੍ਰਸਤੀ ਇਹੋ ਜਿਹਾ ਯੁੱਗ, ਇਹੋ ਜਿਹਾ ਕਲਯੁੱਗ ਦਾ ਸਮਾਂ ਇਹੋ ਜਿਹਾ ਆਇਆ, ਇੰਨਾ ਕਲਯੁੱਗ ਜਵਾਨ ਹੋ ਗਿਆ ਤੇ ਅਸੀਂ ਆਪਣੇ ਕਿਰਦਾਰ ਤੋਂ ਡਿੱਗ ਗਏ। ਸਰਬੱਤ ਦਾ ਭਲਾ ਖਾਲਸਾ ਮੰਗਦਾ ਹੈ ਤੇ ਸਰਬੱਤ ਦਾ ਭਲਾ ਲੋਚਣਾ ਹੈ, ਕਿਸੇ ਦਾ ਆਪਾਂ ਮਾੜਾ ਨਹੀਂ ਸੋਚਣਾ। ਜੋ ਗੁਰੂ ਸਰੇ ਕਰਮ ਕਰ ਰਹੇ ਹਾਂ ਉਹਨਾਂ ਦੇ ਆਪਣੇ ਕਰਮ ਨੇ, ਤੇ ਕੀਤੇ ਹੋਏ ਕਰਮਾਂ ਦੀ ਸਜ਼ਾ ਹਰ ਇੱਕ ਨੂੰ ਮਿਲਦੀ ਹੈ, ਕੋਈ ਨਹੀਂ ਬਚ ਸਕਦਾ ਹੈ। ਇਹ ਸੱਚ ਹੈ। ਮਤਾ ਕੋਈ ਮਨ ਵਿੱਚ ਇਹ ਸੋਚੇ ਇਹ ਮੈਂ ਪਾਪ ਕਰ ਲਿਆ ਕਿ ਮੈਨੂੰ ਕਿਸੇ ਨੇ ਦੇਖਣਾ ਨਹੀਂ ਕੀਤਾ, ਮੇਰੀ ਪਹੁੰਚ ਬੜੀ ਹੈ, ਮੇਰੀ ਜੱਜ ਤੱਕ ਪਹੁੰਚ ਹੈ, ਮੈਂ ਤਾਂ ਕਚਹਿਰੀਆਂ ਵਿੱਚ ਮੇਰੇ ਸਾਰੇ ਵਕੀਲ ਜੱਜ ਇਤਿਆਦਿ ਪੈਸੇ ਦੇ ਕੇ ਮੈਂ ਕਰੀ ਲੈਂਦਾ। ਦੁਨਿਆਵੀ ਅਦਾਲਤ ਤੋਂ ਤੂੰ ਬਚ ਜਾਵੇਗਾ, ਝੂਠੇ ਗਵਾਹ ਪੇਸ਼ ਕਰਕੇ ਆਪਣੇ ਆਪ ਨੂੰ ਬਚਾ ਲਵੇਗਾ, ਪਰ ਗੁਰੂ ਨਾਨਕ ਦੀ ਚੱਕੀ ਬੜੀ ਬਰੀਕ ਹੈ। ਜਦੋਂ ਗੁਰੂ ਨਾਨਕ ਦੇ ਦਰ ਦੀ ਚੱਕੀ ਚੱਲਦੀ ਹੈ ਨਾ, ਤੇ ਉਦੋਂ ਗੁਰੂ ਸਾਹਿਬ ਬੜਾ ਬਰੀਕ ਪੀਂਦੀ ਹੈ, ਤੇ ਉਦੋਂ ਪਤਾ ਲੱਗਦਾ, ਫਿਰ ਜੀਵ ਦੇ ਦੁੱਖ ਘੇਰਦੇ ਨਾ ਆ ਕੇ, ਤੇ ਉਦੋਂ ਫਿਰ ਪਛਤਾਉਂਦਾ ਏ। ਫਿਰ ਸਾਰੇ ਜਦੋਂ ਜੀਵ ਦਾ ਅੰਤਮ ਸਮਾਂ ਆਉਂਦਾ, ਸਾਰੀ ਤਸਵੀਰ ਇੱਕ ਵਾਰੀ ਸਾਹਮਣੇ ਆਉਂਦੀ ਹੈ। ਜੋ ਆਪਾਂ ਕਰਮ ਕੀਤੇ ਨੇ ਜ਼ਿੰਦਗੀ 'ਚ, ਉਹ ਸਾਰੀ ਤਸਵੀਰ ਇੱਕ ਵਾਰੀ ਸਾਹਮਣੇ ਆਉਂਦੀ ਕਿ ਫਲਾਣੇ ਸਮੇਂ ਆਹ ਚੋਰੀ ਕੀਤੀ, ਆਹ ਠੱਗੀ ਕੀਤੀ, ਜਾਰ ਮਾਰ ਕੀਤੀ, ਪਰਾਇਆ ਘਰ ਤੱਕਿਆ, ਇਹ ਸਭ ਕੁਝ ਸਾਹਮਣੇ, ਉਹ ਜੋ ਕੀਤਾ ਹੈ ਉਹ ਸਾਹਮਣੇ ਆਉਂਦਾ ਹੈ। ਐਵੇਂ ਨਹੀਂ ਪਰਮਾਤਮਾ ਲੈ ਕੇ ਜਾਂਦਾ ਹਰ ਇੱਕ ਨੂੰ। ਜਦੋਂ ਸੰਸਾਰ ਤੋਂ ਜਾਣ ਦਾ ਸਮਾਂ ਆਉਂਦਾ ਨਾ, ਉਦੋਂ ਪਹਿਲਾਂ ਦਿਖਾਇਆ ਜਾਂਦਾ, ਦੇਖ ਆਹ ਤੈਂ ਕੀਤਾ ਏ, ਤੇਰਾ ਜ਼ਿੰਦਗੀ ਦਾ ਸਫ਼ਰ ਸੀ, ਸਵਾਸਾਂ ਰੂਪੀ ਪੂੰਜੀ ਤੈਨੂੰ ਬਖਸ਼ੀ ਸੀ, ਇਸ ਪੂੰਜੀ ਦੇ ਰਾਹੀਂ ਤੇ ਆ ਕਰਮ ਕੀਤੇ ਨੇ। ਫਿਰ ਜੀਵ ਪਛਤਾਉਂਦਾ, ਤੇ ਉਦੋਂ ਫਿਰ ਸਮਾਂ ਲੰਘ ਚੁੱਕਾ ਹੁੰਦਾ, ਤੇ ਉਦੋਂ ਫਿਰ ਪਰਮਾਤਮਾ ਇਹ ਭੇਜੇ ਹੋਏ ਜਿਹੜੇ ਜਮਦੂਤ ਨੇ ਉਹ ਦਬੋਚ ਕੇ ਲੈ ਜਾਂਦੇ ਨੇ। ਇਸ ਕਰਕੇ ਸਰਬੱਤ ਦਾ ਭਲਾ ਗੁਰੂ ਸਾਹਿਬਾਨ ਨੇ ਮੰਗਿਆ, ਤੇ ਸਿੱਖ ਨੇ ਸਰਬੱਤ ਦਾ ਭਲਾ ਮੰਗਣਾ ਹੈ। ਤੇ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਸਰਬ ਜੀਆਂ ਜਗ ਜੋਤ ਤੁਮਾਰੀ, ਜੈਸੀ ਪ੍ਰਭ ਫਰਮਾਈ ਹੈ। ਸਾਰੇ ਜੀਵਾਂ ਵਿੱਚ, ਸਾਰੇ ਜਗਤ ਵਿੱਚ ਤੁਹਾਡੀ ਜੋਤ ਹੈ। ਜਿਵੇਂ ਪਰਮਾਤਮਾ ਤੂੰ ਫਰਮਾਨ ਕਰਦਾ ਹੈ, ਤੇਰੇ ਫਰਮਾਨ ਨੂੰ ਹੀ ਸਾਰੇ ਮੰਨਦੇ ਨੇ, ਤੇਰੇ ਹੁਕਮ ਨੂੰ ਮੰਨਦੇ ਹਨ। ਆਪੇ ਜੋਗੀ ਆਪੇ ਭੋਗੀ, ਆਪੇ ਰਸੀਆ ਪਰਮ ਸੰਜੋਗੀ। ਵਾਹਿਗੁਰੂ ਆਪ ਹੀ ਜੋਗੀ, ਜੋਗੀ ਦਾ ਅਰਥ ਜੁੜਿਆ ਹੋਇਆ, ਯੋਗ ਸਾਧਨਾ ਕਰਨ ਵਾਲੇ। ਕਹਿ ਜੋਗੀ ਵੀ ਆਪ ਹੈ, ਪਦਾਰਥ ਭੋਗਣ ਵਾਲਾ ਵੀ ਆਪ, ਭੋਗੀ ਵੀ ਆਪ ਹੈ। ਆਪੇ ਰਸੀਆ, ਆਪ ਹੀ ਰਸਾਂ ਨੂੰ ਮਾਰਨ ਵਾਲਾ, ਮੰਨਣ ਵਾਲਾ ਹੈ। ਆਪੇ ਪਰਮ ਸੰਜੋਗੀ, ਪਰਮ ਸੰਜੋਗ ਵੀ ਆਪ, ਜਿਵੇਂ ਆਪਾਂ ਇੱਕ ਦੂਜੇ ਨਾਲ ਮਿਲੇ ਹੋਏ ਆ, ਮਿੱਤਰ ਸੱਜਣ ਹਾਂ, ਮਾਤਾ ਪਿਤਾ ਹਨ, ਪਰ ਭੈਣ ਭਰਾ ਨੇ, ਬੱਚੇ ਨੇ, ਪੁੱਤਰ ਧੀਆਂ ਵਾਲੇ ਆਪਾਂ ਸਾਰੇ ਨੇ। ਇਹ ਸੰਜੋਗ ਨੇ, ਸੰਜੋਗਾਂ ਕਰਕੇ ਸਾਡਾ ਮਿਲਾਪ ਹੁੰਦਾ। ਜਦੋਂ ਸੰਜੋਗ ਖਤਮ ਹੋ ਜਾਂਦੇ ਨੇ, ਉਦੋਂ ਵਿਛੋੜਾ ਪੈ ਜਾਂਦਾ ਹੈ। ਗੁਰਬਾਣੀ ਸਤਿਗੁਰ ਦਾ ਫਰਮਾਨ ਹੈ, ਸੰਜੋਗ ਵਿਜੋਗ ਧੁਰੋਹੀ ਹੁਆ, ਪੰਜ ਧਾਤ ਕਾ ਪੁਤਲਾ ਕੀਆ। ਕਹਿੰਦੇ ਧੁਰੋਂ ਦਰਗਾਹੋਂ ਵਾਹਿਗੁਰੂ ਨੇ ਸੰਜੋਗ ਮਿਲਾ ਦਿੱਤੇ, ਪੰਜਾਂ ਤੱਤਾਂ ਦਾ ਇਹ ਪੁਤਲਾ, ਇਹ ਸਰੀਰ ਬਣਾ ਦਿੱਤਾ ਸਾਡਾ, ਜਿਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਕਿ ਮੇਰਾ ਸਰੀਰ ਮੈਂ ਕਰਦਾ ਫਿਰਦਾ ਹੈ। ਕਹਿੰਦੇ ਹੈ ਪੰਜਾਂ ਤੱਤਾਂ ਦਾ। ਕਹਿੰਦੇ ਸੰਜੋਗਾਂ ਕਰਕੇ ਮਿਲਾਪ ਹੁੰਦਾ, ਜੋ ਸੰਜੋਗ ਖਤਮ, ਸਮਾਂ ਲੰਘ ਜਾਂਦਾ, ਤੇ ਉਦੋਂ ਫਿਰ ਵਿਛੋੜਾ ਪੈ ਜਾਂਦਾ ਹੈ। ਜਿਹੜੇ ਗੁਰਮੁਖ ਜਨ ਨੇ, ਉਹ ਗੁਰਮੁਖ ਜਨ ਫਿਰ ਗੁਰੂ ਸਾਹਿਬਾਨ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਕਿ ਵਾਹਿਗੁਰੂ ਸਾਨੂੰ ਉਹਨਾਂ ਨਾਲ ਸੰਜੋਗ ਸਾਡਾ ਮਿਲਾਣਾ ਕਰ, ਇਹੋ ਜਿਹਾ ਸਾਨੂੰ ਮਿਲਾਪ ਬਖਸ਼, ਜਿਨ੍ਹਾਂ ਦੇ ਨਾਲ ਬੈਠ ਕੇ ਅਸੀਂ ਤੇਰੇ ਨਾਮ ਨੂੰ ਚੇਤੇ ਕਰ, ਤੇਰਾ ਨਾਮ ਜਪ ਸਕੀਏ।
से संजोग करो मेरे प्यारे, जित रसना हर नाम उचारे। ਜਿਹੜੇ ਆਪਣੀ ਰਸਨਾ ਦੇ ਨਾਲ ਹਰੀ ਦੇ ਨਾਮ ਨੂੰ ਉਚਾਰਨ ਕਰਦੇ ਨੇ, ਹਰੀ ਦਾ ਜਾਪ ਕਰਦੇ ਨੇ, ਮੇਰੇ ਮਾਲਕ ਜੀ ਸਾਡੇ ਉਹਨਾਂ ਨਾਲ ਸੰਜੋਗ ਮਿਲਾਣਾ ਕਰੋ। ਇਸ ਕਰਕੇ ਉਹ ਵਾਹਿਗੁਰੂ ਆਪ ਹੀ ਗੁਰੂ ਸਵਾਰਿਓ, ਰਸੀਆ ਰਸ ਮਾਨਣ ਵਾਲਾ, ਆਪ ਹੀ ਪਰਮ ਸੰਜੋਗ ਮਿਲਾਉਣ ਵਾਲਾ ਹੈ। ਉਹਦੇ ਹੀ ਕਹਿੰਦੇ ਇਹ ਸੰਜੋਗ ਬਣਾਏ ਹੋਏ ਹਨ। ਆਪੇ ਵੇ ਬਾਣੀ ਨਿਰੰਕਾਰੀ, ਨਿਰਭਉ ਤਾੜੀ ਲਾਈ ਹੈ। ਆਪੇ ਬੇਬਾਣੀ, ਬੇਬਾਣੀ ਤੋਂ ਪਾ ਬੀਆਵਾਨ ਉਜਾੜ, ਜੰਗਲ ਕਹਿ, ਜੰਗਲ ਵੀ ਵਾਹਿਗੁਰੂ ਆਪ ਹੀ ਹੈ। ਤੇ ਆਪੇ ਨਿਰੰਕਾਰੀ, ਨਿਰੰਕਾਰੀ ਤੋਂ ਭਾਵ ਹੈ ਜਿਹਦਾ ਕੋਈ ਆਕਾਰ ਨਹੀਂ ਹੈ, ਆਕਾਰ ਤੋਂ ਰਹਿਤ ਵੀ ਆਪ ਹੀ ਹੈ। ਤੇ ਨਿਰਭਉ, ਭੈ ਤੋਂ ਰਹਿਤ, ਜਿਹਨੂੰ ਕਿਸੇ ਦਾ ਡਰ ਭਉ ਨਹੀਂ ਹੈ। ਕਹਿੰਦੇ ਆਪੇ ਤਾੜੀ ਲਾਈ। ਵੱਡੇ ਵੱਡੇ ਜੋਗੀ ਪੁਰਸ਼ ਸਮਾਧੀਆਂ ਲਾ ਕੇ ਬੈਠਦੇ ਨੇ। ਤਾੜੀ ਦਾ ਤਾਂ ਸਮਾਧੀ, ਵੱਡੀਆਂ ਵੱਡੀਆਂ ਲੰਮੀਆਂ ਲੰਮੀਆਂ ਸਮਾਧੀਆਂ ਲਾ ਕੇ ਬੈਠ ਜਾਂਦੇ ਨੇ। ਕਹਿੰਦੇ ਅਸਲ ਵਿੱਚ ਸਮਾਧੀ ਵੀ ਲਾਉਣ ਵਾਲਾ ਆਪ ਹੀ ਹੈ। ਭਾਵ ਆਪੇ ਜੋਗੀ ਹੈ, ਆਪੇ ਭੋਗੀ ਹੈ, ਆਪੇ ਰਸੀਆ ਹੈ, ਆਪੇ ਪਰਮ ਸੰਜੋਗੀ ਹੈ। ਆਪ ਹੀ ਗੁਰੂ ਸਵਾਰਿਓ ਬੀਆਵਾਨ ਜੰਗਲ ਹੈ। ਆਪ ਹੀ ਆਕਾਰ ਤੋਂ ਰਹਿਤ ਹੈ, ਆਪ ਹੀ ਨਿਰਭਉ ਹੈ, ਤੇ ਆਪ ਹੀ ਉਹ ਤਾੜੀ ਸਮਾਧੀ ਲਾਉਣ ਵਾਲਾ ਹੈ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 12 ਪਦਿਆਂ ਤੱਕ, 12 ਬੰਦਾਂ ਤੱਕ ਸਤਿਗੁਰੂ ਨੇ ਵਿਚਾਰ ਕਰਵਾਈ ਹੈ। 4 ਪਦੇ